ਤੇ ਜਿਹੜੇ ਬੀਜੇਪੀ ਦੇ ਲੀਡਰਸ ਕਹਿੰਦੇ ਆ ਉਹ ਸੱਚੀ ਆ ਗੱਲ। ਸਾਲ 2 ਸਾਲ ਛੋਟਾ ਵਪਾਰੀ ਬਾਹਰ ਕੱਢਣ ਵਾਸਤੇ ਤੇ ਪੂਰਨ ਤੌਰ ਤੇ ਕਬਜ਼ਾ ਕਰਨ ਲਈ ਇਹ 100-200 ਕਣਕ ਤੇ ਚਾਵਲ ਦਾ ਵੱਧ ਵੀ ਦੇ ਸਕਦੇ ਆ। ਫਿਰ ਆਉਣਗੇ ਆਪਣੀ ਅਸਲੀ ਕਰਤੂਤ ਦੇ ਉੱਤੇ, ਅਸਲੀ ਫੇਸ ਇਹਨਾਂ ਦਾ ਫਿਰ ਸਾਹਮਣੇ ਆਉਣਾ। ਮੇਰਾ ਵਿਸ਼ਵਾਸ ਆ ਕਿ ਜੇ ਮੁੱਖ ਮੰਤਰੀ ਸਾਹਿਬ ਅੱਗੇ ਲੱਗ ਕੇ ਤੁਰਦੇ ਆ, ਸਾਰਾ ਪੰਜਾਬ ਨਾਲ ਲੈ ਕੇ ਦਿੱਲੀ ਕੂਚ ਕਰਦੇ ਆ, ਤੇ ਕੇਂਦਰ ਇਹ ਕਾਨੂੰਨ ਡਰਾਪ ਕਰੇਗਾ। ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ, ਤੁਸੀਂ ਜੱਟ ਮਹਾਸਭਾ ਦੇ ਫਾਊਂਡਰ ਹੋ, ਤੁਸੀਂ ਜੱਟ ਮਹਾਸਭਾ ਖੜੀ ਕੀਤੀ, ਤੁਸੀਂ ਪੰਜਾਬ ਦੇ ਅੰਦਰ ਕਿਸਾਨਾਂ ਦੇ ਆਪਣੇ ਆਪ ਨੂੰ ਰਖਵਾਲੇ ਕਹਾਉਣ ਦਾ ਬੜਾ ਵੱਡਾ ਮਾਣ ਲੈਂਦੇ ਹੋ। ਹੁਣ ਤੁਸੀਂ ਕਹਿੰਦੇ ਵੀ ਜਾਓ ਉੱਥੇ ਕੋਈ ਤਕਲੀਫ ਹੋਊਗੀ। ਤਕਲੀਫ ਨਹੀਂ, ਲੋਕਾਂ ਨੂੰ ਪਿੱਛੇ ਕਰਕੇ ਤੁਹਾਡੀ ਅੱਜ ਅਗਵਾਈ ਦੀ ਜ਼ਰੂਰਤ ਹੈ। ਤੁਸੀਂ ਅੱਗੇ ਲੱਗੋ। ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ, ਉਹ ਇਹ ਕਹਿ ਰਹੇ ਨੇ ਵੀ ਐਮਐਸਪੀ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਊਗੀ। ਇਹ ਜਿਹੜੀਆਂ ਐਂਟੀ ਪਾਰਟੀਆਂ ਨੇ ਉਹ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ। ਬਿਲਕੁਲ, ਉਹ ਇਸ ਵਿਸ਼ੇ ਦੇ ਉੱਤੇ ਗੱਲ ਜਿਹੜੀ ਕਰ ਰਹੇ ਆ, ਐਮਐਸਪੀ ਦਾ ਮੈਂ ਵੀ ਮੰਨਦਾ ਵੀ ਨਹੀਂ ਟੁੱਟਣੀ, ਐਮਐਸਪੀ ਰਹੂਗੀ। ਐਮਐਸਪੀ ਦੋਸਤ ਮੱਕੀ ਦੇ ਉੱਤੇ 1850 ਰੁਪਏ ਆ, ਜਦ ਕਿ ਇਸ ਵਾਰ ਮੱਕੀ 650 ਰੁਪਏ ਵਿਕੀ ਆ। ਮੰਡੀ ਦੇ ਗੇਟ ਤੇ ਖੜ ਕੇ ਅਡਾਨੀਆਂ ਦਾ ਬੰਦਾ ਕਿਸਾਨ ਦੀ ਫਸਲ ਖਰੀਦ ਸਕਦਾ। ਬੜਾ ਖਤਰਨਾਕ ਰੁਝਾਨ ਹੈਗਾ ਇਹ। ਮੰਡੀ ਨਹੀਂ ਟੁੱਟਣੀ, ਐਮਐਸਪੀ ਨਹੀਂ ਟੁੱਟਣਾ, ਪਰ ਕੋਈ ਸਰਕਾਰੀ ਖਰੀਦ ਏਜੰਸੀ ਖਰੀਦ ਕਰਨੀ ਆਊਗੀ। ਸਾਡਾ ਕਿਸਾਨ ਵੀ ਗਿਆ, ਸਾਡਾ ਖੇਤ ਮਜ਼ਦੂਰ ਵੀ ਗਿਆ, ਸਾਡਾ ਤੋਲਾ, ਪੱਲੇਦਾਰ, ਆੜਤੀਆ, ਛੋਟਾ ਟਰਾਂਸਪੋਰਟਰ, ਇਹ ਵੀ ਸਾਰੇ ਗਏ। ਇਹ ਕਾਨੂੰਨ ਜੱਟ ਦੀ ਕਾਰਪੋਰੇਟ ਦੇ ਹੱਥੋਂ ਸੰਘੀ ਦਬਾ ਰਿਹਾ। ਗਲਾਵਾਂ ਫੜਿਆ ਜਦੋਂ ਚਿੱਤ ਕਰੂਗਾ ਤੇ ਉਹ ਗਲਾਵਾਂ ਦੱਬੂਗਾ। 25 ਤਰੀਕ ਨੂੰ ਕਿਸਾਨ ਜਥੇਬੰਦੀ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਆ, ਤੇ ਅਕਾਲੀ ਦਲ ਦਾ ਵੀ ਹੁਣੇ ਬਿਆਨ ਆਇਆ ਵੀ 3 ਘੰਟੇ ਚੱਕਾ ਜਾਮ ਕੀਤਾ ਜਾਵੇਗਾ ਅਕਾਲੀ ਦਲ ਵੱਲੋਂ। ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਯਾਰ, ਅਕਾਲੀ ਦਲ ਸਮਝ ਨਹੀਂ ਲੱਗਦੀ ਵੀ ਇਹ ਲੋਕ ਜਿਹੜੇ ਖੁਦ ਇਹ ਸਾਰੀ ਅਰਥੀ ਤੇ ਕਫਨ ਖਰੀਦਣ ਤੇ ਤਿਆਰ ਕਰਨ ਵਾਲੇ ਲੋਕ ਆ, ਅੱਜ ਕਿੱਧਰ ਨੂੰ ਤੁਰੇ ਜਾਂਦੇ ਆ। ਲੋਕਾਂ ਨੂੰ ਸਭ ਪਤਾ 3 ਘੰਟੇ ਕੀ ਕਰਨਾ ਕੀ ਨਹੀਂ ਕਰਨਾ ਇਹਨਾਂ ਨੇ। ਅੱਜ ਤੱਕ ਐਨਡੀਏ ਕਿਉਂ ਨਹੀਂ ਛੱਡਿਆ, ਬੀਜੇਪੀ ਦਾ ਸਾਥ ਕਿਉਂ ਨਹੀਂ ਛੱਡਿਆ? ਇਹ ਤਾਂ ਉਹ ਗੱਲ ਹੋ ਗਈ ਨਾ, ਜਿਵੇਂ ਵਿਦੇਸ਼ ਜਾਣ ਵਾਲੇ ਮੁੰਡੇ ਕੁੜੀਆਂ ਜਾਲੀ ਤਲਾਕ ਲੈ ਲੈਂਦੇ ਆ। ਇਹ ਮੁੱਖ ਜਿਹੜਾ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਦੇ ਗਈ, ਇੱਕ ਜਾਲੀ ਜਿਹਾ ਕੰਮ। ਇਹ ਕਹਿ ਲਈਏ ਵੀ ਕੁੜੀ ਦਾ ਤਲਾਕ ਹੋ ਗਿਆ ਪਤੀ ਨਾਲੋਂ, ਪਰ ਕੁੜੀ ਦੇ ਮਾਂ-ਬਾਪ ਕਹਿਣ ਰਹੂਗੀ ਕੁੜੀ ਪਤੀ ਦੇ ਨਾਲ ਹੀ। ਪ੍ਰਾਈਮੋ ਤੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਿਸਾਨ ਜਥੇਬੰਦੀਆਂ ਵੱਖ-ਵੱਖ ਥਾਈਂ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਜਤਾ ਰਹੀਆਂ ਨੇ। ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੀ ਇਸ ਮੁੱਦੇ ਤੇ ਲੈ ਕੇ, ਇਸ ਆਰਡੀਨੈਂਸ ਨੂੰ ਲੈ ਕੇ, ਕਿਸਾਨ ਮਾਰੂ ਆਰਡੀਨੈਂਸ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ, ਉਹਨੂੰ ਲੈ ਕੇ ਆਪਣਾ ਬਣਦਾ ਜਿਹੜਾ ਰੋਲ ਹੈ ਉਹ ਅਦਾ ਕਰ ਰਹੀਆਂ ਨੇ। ਸਾਡੇ ਨਾਲ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਉਹਨਾਂ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਲਿਖਿਆ ਹੋਇਆ, ਜਿਹੜਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਕੂਚ ਕਰਨਾ, ਉਹਨੇ ਮੋਟਰਸਾਈਕਲ ਰਾਹੀਂ, ਉਹਨਾਂ ਦਾ ਕੀ ਪ੍ਰੋਗਰਾਮ ਹੈਗਾ ਤੇ ਇਸ ਆਰਡੀਨੈਂਸ ਤੇ ਉਹਨਾਂ ਦੇ ਕੀ ਵਿਚਾਰ ਨੇ, ਉਹਨਾਂ ਦੇ ਵਿਚਾਰ ਸਾਂਝੇ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਫਤਿਹਗੜ੍ਹ ਸਾਹਿਬ ਸਰਹੰਦ GT ਰੋਡ ਦੇ ਉੱਤੇ ਦਾਣਾ ਮੰਡੀ, ਉੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਸਵਾਰ ਦੋਸਤ ਸਾਥੀ ਹੱਥਾਂ 'ਚ ਕਾਲੇ ਝੰਡੇ ਫੜ ਕੇ ਰੋਸ ਮਾਰਚ ਕਰਦੇ ਹੋਏ ਪਾਰਲੀਮੈਂਟ ਤੱਕ ਆਓ। ਮਕਸਦ ਹੈਗਾ ਕਿ ਉਹ ਕਾਨੂੰਨ ਜਿਹੜਾ ਕਿਸਾਨਾਂ ਲਈ ਡੈਥ ਵਾਰੰਟ ਹੈਗਾ, ਮੌਤ ਦੇ ਵਾਰੰਟ ਆ, ਉਹ ਕਾਨੂੰਨ ਪੰਜਾਬ ਦੀ ਆਰਥਿਕਤਾ, ਕਿਉਂਕਿ ਸਾਡੀ ਆਰਥਿਕਤਾ, ਅਸੀਂ ਖੇਤੀਬਾੜੀ ਪ੍ਰਧਾਨ ਸੂਬੇ ਦੇ ਲੋਕ ਹਾਂ, ਸਾਡੀ ਆਰਥਿਕਤਾ ਖੇਤੀਬਾੜੀ ਦੇ ਉੱਤੇ ਮੁਨਸਰ ਕਰਦੀ ਹੈ। ਜੇ ਕਿਸਾਨ ਤੇ ਖੇਤੀਬਾੜੀ ਨਾ ਰਹੇ ਤੇ ਸੂਬੇ ਦੀ ਆਰਥਿਕਤਾ ਖਤਮ ਹੋ ਜਾਣੀ ਹੈ। ਇਸ ਕਰਕੇ ਅਸੀਂ ਦਿੱਲੀ ਜਾ ਰਹੇ ਹਾਂ। ਸਾਰੀਆਂ ਕਿਸਾਨ ਜਥੇਬੰਦੀਆਂ, ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਆਪੋ ਆਪਣੇ ਵਿਰੋਧ ਪ੍ਰਦਰਸ਼ਨ ਕਰਦੀਆਂ। ਮੈਂ ਕੱਲ੍ਹ ਮੁੱਖ ਮੰਤਰੀ ਸਾਹਿਬ ਨੂੰ ਟਵੀਟ ਕੀਤਾ, ਮੈਂ ਓਪਨਲੀ ਅਪੀਲ ਕੀਤੀ ਉਹਨਾਂ ਨੂੰ, ਤੁਹਾਡਾ ਐਜ਼ ਏ ਮੁੱਖ ਮੰਤਰੀ, ਮੈਂ ਕੋਈ ਕਾਂਗਰਸ ਲੀਡਰ ਨੂੰ ਅਪੀਲ ਨਹੀਂ ਕੀਤੀ, ਮੈਂ ਪੰਜਾਬ ਦੇ ਮੁੱਖ ਮੰਤਰੀ, ਤੇ ਮੁੱਖ ਮੰਤਰੀ ਵੀ ਉਹ ਜਿਹੜਾ ਕਿਸੇ ਸਮੇਂ ਪੰਜਾਬ ਦੇ ਅੰਦਰ ਜੱਟ ਮਹਾਸਭਾ ਬਣਾਉਂਦਾ ਕਿਸਾਨਾਂ ਦੇ ਭਲੇ ਵਾਸਤੇ,
ਤੇ ਆਪਣੇ ਆਪ ਨੂੰ ਹਮੇਸ਼ਾ ਉਹਨਾਂ ਨੇ ਕਿਸਾਨ ਹਤੈਸ਼ੀ ਅਖਵਾਉਣ ਦੇ ਵਿੱਚ ਬੜਾ ਮਾਣ ਫਖਰ ਮਹਿਸੂਸ ਕੀਤਾ। ਅੱਜ ਕਿਉਂ ਨਹੀਂ ਤੁਰਦੇ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਰਾਜਨੀਤਿਕ ਦਲ ਜਿਹੜੇ ਵਿਰੋਧ ਤੇ ਆ ਉਹਨਾਂ ਨੂੰ ਇਕੱਠੇ ਕਰਕੇ ਖੁਦ ਅਗਵਾਈ ਕਰਨ। ਮੇਰਾ ਵਿਸ਼ਵਾਸ ਆ ਕਿ ਜੇ ਮੁੱਖ ਮੰਤਰੀ ਸਾਹਿਬ ਅੱਗੇ ਲੱਗ ਕੇ ਤੁਰਦੇ ਆ, ਸਾਰਾ ਪੰਜਾਬ ਨਾਲ ਲੈ ਕੇ ਦਿੱਲੀ ਕੂਚ ਕਰਦੇ ਆ, ਤੇ ਕੇਂਦਰ ਇਹ ਕਾਨੂੰਨ ਡਰਾਪ ਕਰੇਗਾ। ਤੁਸੀਂ ਗੱਲ ਕਰਦੇ ਹੋ ਮੁੱਖ ਮੰਤਰੀ ਦੀ, ਉਹ ਤਾਂ ਮੁੱਖ ਮੰਤਰੀ ਨੇ ਵੀ ਅਪੀਲ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ ਵੀ ਜੇ ਉਹ ਦਿੱਲੀ ਕੂਚ ਕਰਨਗੇ ਸਾਡੀ ਸਰਕਾਰ ਵੱਲੋਂ ਜਿਹੜੀ ਵੀ ਬਣਦਾ ਯੋਗਦਾਨ ਹੈ ਉਹ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਜਾਏਗਾ। ਵਾਲੀ ਗੱਲ ਹੋ ਗਈ ਨਾ ਫਿਰ। ਇਹ ਤਾਂ ਤੁਸੀਂ ਇਹ ਕਹਿ ਲਓ ਵੀ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੂਗਾ। ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ, ਤੁਸੀਂ ਜੱਟ ਮਹਾਸਭਾ ਦੇ ਫਾਊਂਡਰ ਹੋ, ਤੁਸੀਂ ਜੱਟ ਮਹਾਸਭਾ ਖੜੀ ਕੀਤੀ, ਤੁਸੀਂ ਪੰਜਾਬ ਦੇ ਅੰਦਰ ਕਿਸਾਨਾਂ ਦੇ ਆਪਣੇ ਆਪ ਨੂੰ ਰਖਵਾਲੇ ਕਹਾਉਣ ਦਾ ਬੜਾ ਵੱਡਾ ਮਾਣ ਲੈਂਦੇ ਹੋ। ਹੁਣ ਤੁਸੀਂ ਕਹਿ ਦਿਓ ਵੀ ਜਾਓ ਉੱਥੇ ਕੋਈ ਤਕਲੀਫ ਹੋਊਗੀ, ਤਕਲੀਫ ਨਹੀਂ, ਲੋਕਾਂ ਨੂੰ ਪਿੱਛੇ ਕਰਕੇ ਤੁਹਾਡੀ ਅੱਜ ਅਗਵਾਈ ਦੀ ਜ਼ਰੂਰਤ ਆ। ਤੁਸੀਂ ਅੱਗੇ ਲੱਗੋ, ਮੁੱਖ ਮੰਤਰੀ ਖੇਤੀ ਪ੍ਰਧਾਨ ਸੂਬੇ ਦਾ ਅੱਗੇ ਲੱਗ ਕੇ ਸਾਰਾ ਪੰਜਾਬ ਨਾਲ ਲੈ ਕੇ ਚੱਲੇ। ਕੇਂਦਰ ਦੀ ਕੀ ਜ਼ਰੂਰਤ ਹੈਗੀ ਆ ਵੀ ਉਹ ਸੁਪਰੀਮ ਕੋਰਟ ਵਿੱਚ ਵੀ ਇਸ ਆਰਡੀਨੈਂਸ ਦੇ ਖਿਲਾਫ ਜਿਹੜਾ ਜਾਣ ਦੀ ਗੱਲ ਕੀਤੀ ਉਹਦੇ ਨਾ ਦੇਖੋ ਕੈਪਟਨ ਸਾਹਿਬ ਆਰਡੀਨੈਂਸ ਨੂੰ ਲੈ ਕੇ ਕੋਰਟ ਦਾ ਰੁਖ ਕਰਨ ਦੀਆਂ ਗੱਲਾਂ ਕਰਦੇ, ਉਹ ਬੜਾ ਠੰਡੇ ਵਸਤੇ ਪਾਉਣ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਕਹੂੰਗਾ ਮੈਂ ਕਿ ਉਹਨੂੰ ਠੰਡੇ ਵਸਤੇ ਕਿੱਦਾਂ ਪਾਉਣਾ। ਸੋ ਇਸ ਕਰਕੇ ਮੈਂ ਫੇਰ ਕਹੂੰਗਾ ਮੁੱਖ ਮੰਤਰੀ ਸਾਹਿਬ ਕਿਰਪਾ ਕਰਕੇ ਅਸੀਂ ਤੁਹਾਨੂੰ ਬੜਾ ਐਜ਼ ਏ ਮੁੱਖ ਮੰਤਰੀ ਪੰਜਾਬ ਅਸੀਂ ਫਿਰ ਤੁਹਾਨੂੰ ਅਪੀਲ ਕਰਦੇ ਹਾਂ ਖੁੱਲ੍ਹ ਦਿਲੀ ਦੇ ਨਾਲ ਅਸੀਂ ਵੱਧ ਤੋਂ ਵੱਧ ਸਾਰੀਆਂ ਕਿਸਾਨ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਪੂਰਾ ਜ਼ੋਰ ਲਾਵਾਂਗੇ। ਅਗਵਾਈ ਤੁਹਾਡੀ ਦੀ ਜ਼ਰੂਰਤ ਹੈ ਅੱਜ। ਸੋ ਸਾਰੇ ਪਾਸੇ ਰੌਲਾ ਇਹੀ ਪੈ ਰਿਹਾ ਵੀ MSP ਨੂੰ ਲੈ ਕੇ ਜਿਹੜਾ ਉਹਦੇ ਵਿੱਚ ਕਲੀਅਰ ਨਹੀਂ ਕੀਤਾ ਗਿਆ ਆਰਡੀਨੈਂਸ ਦੇ ਵਿੱਚ, ਪਰ ਕੇਂਦਰੀ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ ਉਹ ਇਹ ਕਹਿ ਰਹੇ ਨੇ ਵੀ MSP ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਊਗੀ। ਇਹ ਜਿਹੜੀਆਂ ਐਂਟੀ ਪਾਰਟੀਆਂ ਨੇ ਉਹ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ। ਬਿਲਕੁਲ ਉਹ ਇਸ ਵਿਸ਼ੇ ਦੇ ਉੱਤੇ ਗੱਲ ਜਿਹੜੀ ਕਰ ਰਹੇ ਆ MSP ਤਾਂ ਮੈਂ ਵੀ ਮੰਨਦਾ ਵੀ ਨਹੀਂ ਟੁੱਟਣੀ, MSP ਰਹੂਗੀ। MSP ਦੋਸਤ ਮੱਕੀ ਦੇ ਉੱਤੇ 1850 ਰੁਪਏ ਆ, ਜਦ ਕਿ ਇਸ ਵਾਰ ਮੱਕੀ 650 ਰੁਪਏ ਵਿਕੀ ਆ। ਦਾਲਾਂ ਦੇ ਉੱਤੇ MSP ਆ। ਦਾਲਾਂ ਕਦੇ ਵੀ MSP ਦੇ ਅਕੋਰਡਿੰਗ ਕੋਈ ਸਰਕਾਰੀ ਖਰੀਦ ਏਜੰਸੀ ਨਹੀਂ ਖਰੀਦਣ ਆਉਂਦੀ। ਇਸ ਆਰਡੀਨੈਂਸ ਨੂੰ ਤੁਸੀਂ ਪੜ੍ਹ ਕੇ ਤਾਂ ਦੇਖ ਲਓ ਨਾ, ਤੁਸੀਂ ਆਰਡੀਨੈਂਸ ਪੜ੍ਹ ਲਓ। ਹੁਣ ਤੋਮਰ ਸਾਹਿਬ ਹਵਾਈ ਫੈਰ ਕਰਦੇ ਰਹਿਣ, ਮੰਡੀ ਟੁੱਟ ਗਈ, ਮੰਡੀ ਖਤਮ ਨਹੀਂ ਹੋਈ। ਮੈਂ ਵੀ ਤੁਹਾਨੂੰ ਦੱਸ ਦਿੰਦਾ ਨਾਲ, ਮੰਡੀਕਰਨ ਬੋਰਡ ਮਾਰਕੀਟ ਕਮੇਟੀਆਂ ਖਤਮ ਹੋ ਗਈਆਂ, ਮੰਡੀ ਰਹੂਗੀ। ਉਸ ਆਰਡੀਨੈਂਸ ਨੂੰ ਪੜ੍ਹੋ ਤੁਸੀਂ, ਜਿਹੜੀ ਉਹਦੀ ਬਾਉਂਡਰੀ ਆ ਮੰਡੀ ਦੀ ਚਾਰ ਦੁਆਰੀ, ਉਹੀ ਉਹਦੀ ਜੂਰੀਡਿਕਸ਼ਨ ਆ। ਮੰਡੀ ਦੇ ਗੇਟ ਤੇ ਖੜ ਕੇ ਅਡਾਨੀਆਂ ਦਾ ਬੰਦਾ ਕਿਸਾਨ ਦੀ ਫਸਲ ਖਰੀਦ ਸਕਦਾ। ਬੜਾ ਖਤਰਨਾਕ ਰੁਝਾਨ ਹੈਗਾ ਇਹ। ਮੰਡੀ ਨਹੀਂ ਟੁੱਟਣੀ, MSP ਨਹੀਂ ਟੁੱਟਣਾ, ਪਰ ਕੋਈ ਸਰਕਾਰੀ ਖਰੀਦ ਏਜੰਸੀ ਖਰੀਦ ਕਰਨੀ ਆਊਗੀ। ਅਸਲ ਪ੍ਰੋਬਲਮ ਤਾਂ ਇਹ ਹੈਗੀ ਹੈ ਨਾ, ਜਦੋਂ ਕੋਈ ਸਰਕਾਰੀ ਖਰੀਦ ਏਜੰਸੀ ਨਾ ਖਰੀਦ ਕਰਨ ਆਈ, ਹੋ ਸਕਦਾ ਹੈ ਅਡਾਨੀ ਗਰੁੱਪ ਜਿਹੜਾ ਸਭ ਤੋਂ ਵੱਡੀ ਪੱਧਰ ਤੇ ਪੰਜਾਬ ਨੂੰ ਟਾਰਗੇਟ ਕਰੀ ਬੈਠਾ, 2500 ਏਕੜ ਡਗਰੂ ਪਿੰਡ ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਹੋਇਆ, ਟ੍ਰੇਨ ਅੰਦਰ ਜਾਂਦੀ ਹੈ। ਹੋ ਸਕਦਾ 1-2 ਸਾਲ ਇਹ ਛੋਟੇ ਵਪਾਰੀ ਖਰੀਦਦਾਰਾਂ ਨੂੰ ਆਊਟ ਕਰਨ ਲਈ ਮੋਨੋਪਲੀ ਕਾਬਜ਼ ਹੋਣ ਵਾਸਤੇ 100-200 ਰੁਪਏ MSP ਤੋਂ ਵੀ ਵੱਧ ਰੇਟ ਦੇ ਸਕਦੇ ਆ। ਇਹ ਜਿਹੜੇ BJP ਦੇ ਲੀਡਰਸ ਕਹਿੰਦੇ ਆ ਉਹ ਸੱਚੀ ਆ ਗੱਲ। ਸਾਲ 2 ਸਾਲ ਛੋਟਾ ਵਪਾਰੀ ਬਾਹਰ ਕੱਢਣ ਵਾਸਤੇ ਤੇ ਪੂਰਨ ਤੌਰ ਤੇ ਕਬਜ਼ਾ ਕਰਨ ਲਈ ਇਹ 100-200 ਕਣਕ ਤੇ ਚਾਵਲ ਦਾ ਵੱਧ ਵੀ ਦੇ ਸਕਦੇ ਆ। ਫਿਰ ਆਉਣਗੇ ਆਪਣੀ ਅਸਲੀ ਕਰਤੂਤ ਦੇ ਉੱਤੇ, ਅਸਲੀ ਫੇਸ ਇਹਨਾਂ ਦਾ ਫਿਰ ਸਾਹਮਣੇ ਆਉਣਾ। ਜਦੋਂ ਛੋਟੇ ਵਪਾਰੀ ਦੂਜੇ ਤੀਜੇ ਸਭ ਆਊਟ ਹੋ ਗਏ, ਮੋਨੋਪਲੀ ਸਾਰਾ ਬਾਜ਼ਾਰ ਇਹਨਾਂ ਦੇ ਹੱਥ 'ਚ ਆ ਗਿਆ, ਫਿਰ ਇਹ ਕਣਕ ਤੇ ਚਾਵਲ ਜਿਹੜੀ ਸਾਡੀ ਮੂਲ ਫਸਲ ਆ, ਫਿਰ ਇਹ ਅੱਧੇ ਪੌਣੇ ਭਾਅ ਵਿਕਣੀ ਆ। 2-2 3-3 ਸਾਲ ਪੈਸੇ ਨਹੀਂ ਮਿਲਣੇ। ਆਪਣੇ ਕੋਲ ਗੰਨਾ ਮਿੱਲਾਂ ਦਾ ਐਕਸਪੈਰੀਮੈਂਟ ਪਹਿਲਾਂ ਹੈਗਾ, ਤਜਰਬੇ ਸਾਡੇ ਕੋਲ ਪਹਿਲਾਂ ਹੈਗੇ ਆ, ਉਦਾਹਰਨਾਂ ਪਹਿਲਾਂ ਨੇ। ਹੁਣ ਇੱਕ ਪ੍ਰਾਈਵੇਟ ਗੰਨਾ ਮਿੱਲ ਤੇ ਇੱਕ ਅਡਾਨੀ, ਬੜਾ ਜ਼ਮੀਨ ਅਸਮਾਨ ਦਾ ਫਰਕ ਆ। ਸਰਕਾਰ ਪ੍ਰਾਈਵੇਟ ਮਿੱਲਾਂ ਵਾਲਿਆਂ ਤੋਂ ਤਾਂ ਪੈਸੇ ਨਹੀਂ ਦਵਾ ਸਕਦੀ, ਅਡਾਨੀ ਤੋਂ ਗਵਰਨਮੈਂਟ ਕਿੱਦਾਂ ਪੈਸੇ ਦਵਾਊ ਕਿਸਾਨ ਦੇ? ਕਿਸਾਨ 77% ਸਰਕਾਰੀ ਅੰਕੜਾ ਜ਼ਮੀਨਾਂ ਬੈਂਕਾਂ ਦੇ ਕੋਲੇ ਗਿਰ ਪਈ ਆ। ਜਦੋਂ 2-3 ਸਾਲ ਮੂਲ ਫਸਲ ਦੇ ਦੋਸਤ ਪੈਸੇ ਨਾ ਮਿਲੇ, ਬੈਂਕ ਦੀ ਕੁਰਕੀ ਆ ਗਈ। ਬੈਂਕ ਦੀ ਕੁਰਕੀ ਫਿਰ ਇਹ ਅਡਾਨੀ ਕਾਰਪੋਰੇਟ ਬੈਂਕਾਂ ਦੇ ਨਾਲ ਸਾਂਠ-ਗਾਂਠ ਕਰਕੇ ਇਹ ਜ਼ਮੀਨਾਂ ਕੁਰਕੀ ਦੇ ਵਿੱਚੋਂ ਕੌਡੀਆਂ ਦੇ ਭਾਅ, ਕਿਸਾਨ ਬੇਜ਼ਮੀਨਾਂ। 5-7 ਸਾਲ 'ਚ ਜ਼ਿਆਦਾ ਲੰਬਾ ਸਮਾਂ ਨਹੀਂ। ਕਿਸਾਨ ਨੂੰ ਮਜਬੂਰੀ ਬਸ ਆਪਣੀ ਜ਼ਮੀਨ ਦੇ ਵਿੱਚ ਖੇਤ ਮਜ਼ਦੂਰ ਅਡਾਨੀਆਂ ਦਾ ਬਣ ਕੇ ਮਜ਼ਦੂਰੀ ਕਰਨੀ ਪੈਣੀ ਆ। ਤੂਤਾਂ ਵਾਲਾ ਖੂਹ ਨਾਵਲ ਸੀਗਾ, ਮੈਂ ਮੇਰੇ ਹਮ ਉਮਰ ਬੰਦਿਆਂ ਨੇ ਜ਼ਰੂਰ ਪੜ੍ਹਿਆ ਹੋਊਗਾ। ਉਹ ਬਿਲਕੁਲ
ਤੂਤਾਂ ਵਾਲਾ ਖੂਹ ਇੱਕ ਸ਼ਾਹੂਕਾਰ ਕਿਸਾਨ ਦੀ ਜ਼ਮੀਨ ਹੜੱਪਣ ਲਈ ਕੀ ਕਰਦਾ, ਇਹ ਆਰਡੀਨੈਂਸ, ਇਹ ਬਿੱਲ ਕਾਨੂੰਨ ਬਿਲਕੁਲ ਉਹ ਤੂਤਾਂ ਵਾਲੇ ਖੂਹ ਦੀ ਤਰਜ਼ ਦੇ ਉੱਤੇ ਆ। ਵੈਸੇ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਵਪਾਰੀ ਆ ਉਹ ਮੰਡੀਆਂ ਤੋਂ ਬਾਹਰ ਜਿਹੜੇ ਫਸਲ ਖਰੀਦ ਸਕਦੇ ਨੇ ਕਿਸਾਨਾਂ ਦੀ। ਸੋ ਇੱਥੇ ਇੱਕ ਚੀਜ਼ ਕਲੀਅਰ ਕਰਨੀ ਬਣਦੀ ਆ, ਜਿਹੜੇ ਕੇਂਦਰੀ ਮੰਤਰੀ ਨੇ ਉਹ ਇਹ ਕਹਿ ਰਹੇ ਨੇ ਵੀ ਜਿਹੜਾ ਟੈਕਸ ਕਿਸਾਨ ਮੰਡੀ ਦੇ ਅੰਦਰ ਦਿੰਦੇ ਸੀ ਉਹ ਟੈਕਸ ਨਹੀਂ ਲੱਗੂਗਾ ਵਪਾਰੀਆਂ ਨੂੰ ਬਾਹਰ। ਸੋ ਡਾਕਟਰ ਅਮਰ ਸਿੰਘ ਜਿਹੜੇ ਕਾਂਗਰਸ ਦੇ ਸਾਂਸਦ ਨੇ ਉਹਨਾਂ ਨਾਲ ਸਾਡੀ ਇਸ ਵਿਸ਼ੇ 'ਤੇ ਗੱਲ ਹੋਈ ਸੀ, ਉਹ ਕਹਿੰਦੇ ਵੀ ਜਿਹੜੀ ਇਹ ਟੈਕਸ ਆ ਇਹ ਖਰੀਦਦਾਰ ਦਿੰਦਾ ਵਾ, ਨਾ ਕਿ ਕਿਸਾਨ ਦਿੰਦਾ ਵਾ। ਸੋ ਇਹ 'ਤੇ ਕੀ ਕਲੈਰਿਟੀ ਹੈ ਜੀ? ਕਿਸਾਨ ਕੋਈ ਟੈਕਸ ਨਹੀਂ ਦਿੰਦਾ। ਅਮਰ ਸਿੰਘ ਹੋਰਾਂ ਨੇ ਸਹੀ ਕਿਹਾ ਤੁਹਾਨੂੰ, ਕਿਸਾਨ ਨਹੀਂ ਟੈਕਸ ਦਿੰਦਾ। ਜਿਹੜਾ ਖਰੀਦਦਾਰ ਹੈਗਾ ਨਾ ਕਿਸਾਨ ਦੀ ਜਿਣਸ ਖਰੀਦਦਾ, ਉਹਦੇ ਤੋਂ 8% ਆਰਡੀਐਫ ਹੈਗਾ, ਰੂਰਲ ਡਿਵੈਲਪਮੈਂਟ ਫੰਡ ਦੇ ਨਾਮ ਦੇ, ਮਾਰਕੀਟ ਕਮੇਟੀ ਫੀਸ ਹੈਗੀ ਆ, ਉਹ ਖਰੀਦਦਾਰ ਨੇ ਦੇਣੀ ਆ। ਇਸ ਆਰਡੀਨੈਂਸ ਕਾਨੂੰਨ ਪਾਸ ਹੋਣ ਤੋਂ ਬਾਅਦ ਨਥਿੰਗ ਟੂ ਪੇ, ਜਿਹੜਾ ਖਰੀਦਦਾਰ ਉਹਨੂੰ ਕੋਈ ਦਵਾਨੀ ਨਹੀਂ ਦੇਣੀ ਪੈਣੀ, ਉਹ ਫੜ ਜੋ ਜਾ ਕੇ ਚੱਕ ਲਵੇ ਖੱਤਿਆਂ 'ਚ ਖੇਤਾਂ 'ਚੋਂ, ਉਹ ਮੰਡੀ ਦੇ ਬਾਹਰ ਖੜ ਕੇ ਹਿੱਕ ਦੇ ਜ਼ੋਰ ਨਾਲ ਲੈ ਜਾਵੇ। ਸੋ ਇਹ ਬੜਾ ਖਤਰਨਾਕ ਆ ਕੰਮ। ਪੰਜਾਬ ਸੂਬਾ ਆਰਥਿਕਤਾ ਕਿਸਾਨੀ ਦੇ ਉੱਤੇ, ਖੇਤੀਬਾੜੀ ਦੇ ਉੱਤੇ ਆ। ਜੇ ਖੇਤੀਬਾੜੀ ਨਾ ਰਹੀ ਤੇ ਪੰਜਾਬ ਸੂਬਾ ਜਿਹੜਾ ਆਲਰੇਡੀ ਪਹਿਲਾਂ ਹੀ ਕੰਗਾਲ ਹੈਗਾ, 3 ਲੱਖ ਕਰੋੜ ਦਾ ਕਰਜ਼ਈ ਆ, ਸੋ ਸਾਡਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਕੇਂਦਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੀ ਫਸਲ ਹੈ ਜਦੋਂ ਬੁਆਈ ਬੀਜਦੇ ਆ ਜਦੋਂ ਕਿਸਾਨ, ਉਸ ਟਾਈਮ ਵਪਾਰੀਆਂ ਨਾਲ ਇਕਰਾਰਨਾਮਾ ਹੋਏਗਾ ਵੀ ਬੀਜਣ ਤੋਂ ਸਮੇਂ ਜੋ ਭਾਅ ਇਕਰਾਰਨਾਮੇ ਤੈਅ ਹੋਊਗਾ ਤੇ ਉਹੀ ਜਦੋਂ ਫਸਲ ਵੇਚੂਗਾ ਉਹੀ ਦਿੱਤਾ ਜਾਏਗਾ। ਸੋ ਇਕਰਾਰਨਾਮੇ ਨੂੰ ਤੁਸੀਂ ਕਿਵੇਂ ਦੇਖਦੇ? ਇਕਰਾਰ ਮੈਂ ਉਸ ਗੱਲ 'ਤੇ ਆਉਣਾ, ਤੁਹਾਨੂੰ ਯਾਦ ਹੋਊਗਾ ਆਪਣੇ ਇੱਥੇ XBC PAU ਉਹਨਾਂ ਦਾ ਨਾਂ ਸੀਗਾ ਜੌਲ ਸਾਹਿਬ, ਡਾਕਟਰ ਜੌਲ ਸਾਹਿਬ ਨੇ ਪੰਗਾ ਲੈ ਲਿਆ ਸੀ ਇਹ। ਮੈਂ ਉਹਨਾਂ ਨੂੰ ਬੜੀ ਰਿਸਪੈਕਟ ਨਾਲ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਗਲਤ ਗੁੰਮਰਾਹ ਨਾ ਕਰੋ। ਮਤਲਬ ਪ੍ਰੀ ਪਲੈਨਡ ਸਕੀਮ ਸੀ। ਜਦੋਂ ਖਰੜਾ ਤਿਆਰ ਹੋਇਆ, ਸਾਡੇ ਵੀ ਦਿੱਲੀ ਦੋਸਤ ਉਹਨਾਂ ਨੇ ਖਰੜਾ ਮੈਨੂੰ ਵੀ ਸੈਂਡ ਕੀਤਾ ਵੀ ਆ ਜਿਹੜਾ ਖਰੜਾ ਆਰਡੀਨੈਂਸਾਂ ਦਾ ਹੈਗਾ, ਅਸੀਂ ਆਪਣੀ ਕੋਰ ਕਮੇਟੀ 'ਚ ਡਿਸਕਸ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਪੰਜਾਬ ਦੇ ਅੰਦਰ ਆਰਡੀਨੈਂਸਾਂ ਦੇ ਬਰਖਲਾਫ ਲੋਕ ਇਨਸਾਫ ਪਾਰਟੀ ਤੁਰੀ ਵੀ ਇਹ ਪੰਜਾਬ ਲਈ ਬੜੇ ਖਤਰਨਾਕ ਆ। ਇਹ ਕਿਸਾਨ ਤੇ ਖੇਤ ਮਜ਼ਦੂਰ ਖਤਮ ਹੋਏਗਾ, ਪੰਜਾਬ ਖਤਮ ਹੋਏਗਾ। ਹੁਣ ਜਿਹੜਾ ਪੰਜਾਬ ਦਾ ਰੂਰਲ ਡਿਵੈਲਪਮੈਂਟ ਆ ਉਹ ਸਾਰੇ ਦਾ ਸਾਰਾ ਆਰਡੀਐਫ 'ਚੋਂ ਹੀ ਹੁੰਦਾ। ਜਿੰਨੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਬਣਦੀਆਂ ਨੇ ਉਹ ਸਾਰੀ ਡਿਵੈਲਪਮੈਂਟ ਉੱਥੋਂ ਹੁੰਦੀ ਹੈ। ਸਾਡੀ ਉਹ ਵੀ ਚਲੇ ਗਈ, ਸਾਡਾ ਕਿਸਾਨ ਵੀ ਗਿਆ, ਸਾਡਾ ਖੇਤ ਮਜ਼ਦੂਰ ਵੀ ਗਿਆ, ਸਾਡਾ ਤੋਲਾ, ਪੱਲੇਦਾਰ, ਆੜ੍ਹਤੀਆ, ਛੋਟਾ ਟਰਾਂਸਪੋਰਟਰ, ਇਹ ਵੀ ਸਾਰੇ ਗਏ। ਐਂਡ ਜਿਹੜੇ ਇਹ ਕਹਿੰਦੇ ਨਾ ਐਗਰੀਮੈਂਟ ਦੀ ਗੱਲ ਕਰਦੇ ਆ, ਐਗਰੀਮੈਂਟ ਜਦੋਂ ਕੋਈ ਖਰੀਦ ਏਜੰਸੀ ਹੈ ਨਹੀਂ, MSP ਹੈਗੀ ਆ, ਫਰਜ਼ ਕਰੋ ਕਣਕ ਦੀ MSP ਗਵਰਨਮੈਂਟ ਨੇ 2000 ਰੁਪਈਆ ਤੈਅ ਕਰ ਦਿੱਤੀ, ਪਰ ਸਰਕਾਰੀ ਕੋਈ ਖਰੀਦ ਏਜੰਸੀ ਹੈ ਨਹੀਂ। ਹੁਣ ਹੋ ਸਕਦਾ 2000 ਦੀ ਜਗ੍ਹਾ 1 ਜਾਂ 2 ਸਾਲ 2100 ਜਾਂ 2200 ਵੀ ਦੇ ਦੇਣ ਅਡਾਨੀ ਵਰਗੇ ਕਾਰਪੋਰੇਟ। ਜਦੋਂ ਛੋਟਾ ਵਪਾਰੀ ਆਊਟ ਕਰ ਦਿੱਤਾ ਫਿਰ ਕਰਤੂਤ 'ਤੇ ਆਉਣਗੇ। ਤੁਸੀਂ ਬਿਹਾਰ ਦੀ ਉਦਾਹਰਨ, ਮੇਰੇ 'ਤੇ ਯਕੀਨ ਨਾ ਕਰੋ, ਤੁਹਾਡਾ ਸੰਪਰਕ ਬਿਹਾਰ ਦੇ ਵਿੱਚ ਜ਼ਰੂਰ ਹੋਊਗਾ ਮੀਡੀਆ ਦਾ, ਤੁਸੀਂ ਬਿਹਾਰ ਦੇ ਕਿਸਾਨ ਤੋਂ ਪੁੱਛ ਲਓ ਵੀ ਉੱਥੇ ਮੰਡੀਕਰਨ ਜਿਹੜਾ ਢਾਂਚਾ ਸੀ ਉਹ 2006 'ਚ ਖਤਮ ਕਰ ਦਿੱਤਾ। ਉੱਥੋਂ ਦੀ ਸਟੇਟ ਗਵਰਨਮੈਂਟ ਨੇ ਆਪਣੇ ਪੈਰਾਂ 'ਤੇ ਖੁਆੜਾ ਮਾਰ ਲਿਆ। ਉੱਥੇ ਇਸ ਵਾਰ ਕਣਕ 1400 ਤੋਂ 1450 ਰੁਪਏ ਕੁਇੰਟਲ ਵਿਕੀ ਆ। ਇਹ ਹਾਲ ਤੇ ਹਸ਼ਰ ਪੰਜਾਬ ਦਾ ਹੋਣਾ, ਜਦ ਕਿ ਹੁਣ ਬਿਹਾਰ ਇੱਕ ਸਟੇਟ ਸੀਗੀ, ਹੁਣ ਤਾਂ ਸਾਰਾ ਦੇਸ਼ ਹੋ ਗਿਆ। 1400 ਨਹੀਂ, ਇਹ ਅੱਧ ਪੌਣ ਭਾਅ 'ਤੇ ਆ ਜਾਣਾ ਕੰਮ। ਐਂਡ ਪੈਸੇ ਜਿਹੜੇ ਆ 2-2 3-3 ਸਾਲ ਮਰਜ਼ੀ ਨਾ, ਮਤਲਬ ਜੱਟ ਇਹ ਕਾਨੂੰਨ ਜੱਟ ਦੀ ਕਾਰਪੋਰੇਟ ਦੇ ਹੱਥੋਂ ਸੰਘੀ ਦਬਾ ਰਿਹਾ। ਗਲਾਵਾਂ ਫੜਿਆ ਜਦੋਂ ਚਿੱਤ ਕਰੂਗਾ ਤੇ ਉਹ ਗਲਾਵਾਂ ਦੱਬੂਗਾ, ਗਲ ਘੁੱਟ ਦਊਗਾ। ਵੈਸੇ ਤੁਸੀਂ ਜਾ ਰਹੇ ਹੋ ਦਿੱਲੀ ਪਾਰਲੀਮੈਂਟ ਦਾ ਘਿਰਾਓ ਕਰਨ ਜਾ ਰਹੇ ਹੋ। ਸੋ ਇੱਕ ਸਮਾਂ ਸੀ ਜਦੋਂ ਤੁਸੀਂ ਵੀ BJP ਦੇ ਰਾਸ਼ਟਰਪਤੀ ਕੈਂਡੀਡੇਟ ਨੂੰ ਵੋਟ ਪਾਈ ਸੀਗੀ, ਦੋਵਾਂ ਭਰਾਵਾਂ ਨੇ, ਬੈਂਸ ਬ੍ਰਦਰ ਨੇ। ਸੋ ਤੁਹਾਨੂੰ ਲੱਗਦਾ ਪਛਤਾਵਾ ਹੋ ਰਿਹਾ ਜੋ ਉਸ ਫੈਸਲੇ ਦਾ? ਜੀ ਦੇਖੋ ਗੱਲ ਸੁਣੋ, ਮੈਂ ਕਾਂਗਰਸ ਨੂੰ ਨਹੀਂ ਵੋਟ ਕਾਸਟ ਕੀਤਾ, ਕਹਿ ਕੇ ਕੀਤਾ, ਮੈਂ ਕੋਈ ਚੋਰੀ ਨਹੀਂ ਵੋਟ ਪਾਈ। ਮੈਂ ਕਹਿ ਕੇ ਵੋਟ ਪਾਈ ਵੀ ਉਹ ਦਲਿਤ ਆ, ਦਲਿਤ ਨੂੰ ਵੋਟ ਪਾਉਣ ਲੱਗਿਆ। ਮੈਂ ਖੁਦ ਨੁਮਾਇੰਦਾ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੁੰਦਾ। ਮੈਨੂੰ ਬਹੁਤ ਸਾਰਿਆਂ ਨੇ ਕਿਹਾ ਤੁਸੀਂ ਵੋਟ ਪਾਉਣ ਨਾ ਜਾਂਦੇ। ਜਿਹੜਾ ਨੁਮਾਇੰਦਾ MP MLA ਪੰਚ ਸਰਪੰਚ ਖੁਦ ਮਤਦਾਨ ਪੇਟੀ ਦੇ ਗਰਭ 'ਚੋਂ ਪੈਦਾ ਹੋਇਆ ਹੋਵੇ ਤੇ ਉਹ ਮਤਦਾਨ ਨਾ ਕਰਨ ਜਾਵੇ ਤੇ ਉਹ ਡੈਮੋਕ੍ਰੇਸੀ ਦਾ ਮੈਂ ਕਹਿੰਦਾ ਨਰਾਦਰ ਹੈਗਾ। ਕੋਈ ਕਦੇ ਪਛਤਾਵਾ ਨਹੀਂ। ਮੈਂ ਇੱਕ ਦਲਿਤ ਕੈਂਡੀਡੇਟ ਨੂੰ ਵੋਟ ਕਾਸਟ ਕੀਤਾ ਐਂਡ ਮੈਂ ਕੋਈ ਲੁਕ ਛਿਪ ਕੇ ਨਹੀਂ, ਮੈਂ ਓਪਨਲੀ ਵੋਟ ਪਾਈ ਹੈ। ਨਹੀਂ ਕਾਂਗਰਸ ਨੂੰ ਪਾਉਣੀ, ਮੈਨੂੰ 84 ਯਾਦ ਆ, ਮੈਨੂੰ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਯਾਦ ਆ ਸਾਰਾ ਕੁਝ। ਨਹੀਂ ਵੋਟ ਪਾਉਣੀ, ਮੈਂ ਇੱਕ ਦਲਿਤ ਨੂੰ ਵੋਟ ਪਾਈ ਆ। ਆਈ ਐਮ ਵੈਰੀ ਮਚ ਸੈਟਿਸਫਾਈਡ।
ਸੋ ਤੁਸੀਂ ਜਿਹੜਾ ਮੋਟਰਸਾਈਕਲ ਰੈਲੀ ਕੱਢੋਗੇ ਦਿੱਲੀ ਤੱਕ, ਤੇ ਬੀਤੇ ਦਿਨੀ ਕਾਂਗਰਸ ਪਾਰਟੀ ਵੱਲੋਂ, ਯੂਥ ਕਾਂਗਰਸ ਵੱਲੋਂ ਟਰੈਕਟਰ ਰੈਲੀ ਕੱਢੀ ਗਈ ਸੀ। ਸੋ ਅੰਬਾਲੇ ਤੋਂ ਉਹਨੂੰ ਰੋਕ ਲਿਆ ਗਿਆ, ਪਰਚੇ ਵੀ ਦਰਜ ਹੋਏ, ਸੋ ਲਾਠੀ ਚਾਰਜ ਵੀ ਹਲਕਾ ਹੋਇਆ ਉੱਥੇ। ਤੁਹਾਨੂੰ ਲੱਗਦਾ ਵੀ ਤੁਹਾਨੂੰ ਦਿੱਲੀ ਤੱਕ ਜਾਣ ਦੇਣਗੇ ਉਹ? ਆਹੋ, ਅਸੀਂ ਕੋਈ ਨਾ ਕੋਈ ਸਟ੍ਰੈਟਜੀ ਜ਼ਰੂਰ ਪਲਾਨ ਕਰਾਂਗੇ ਵੀ ਅਸੀਂ ਪਾਰਲੀਮੈਂਟ ਘੇਰਨ 'ਚ ਸਫਲ ਹੋ ਜਾਈਏ। ਜੀ। ਅਸੀਂ ਬਣਾਵਾਂਗੇ ਪ੍ਰੋਗਰਾਮ, ਸਟ੍ਰੈਟਜੀ ਜਿਹੜੀ ਆ ਅਨੁਸਾਰ ਸਟ੍ਰੈਟਜੀ ਚੱਲਾਂਗੇ। ਆਪਣਾ ਮਿਸ਼ਨ ਪ੍ਰਾਪਤੀ ਲੋਕ ਸਭਾ ਤੱਕ ਜਾ ਕੇ ਆਪਣੀ ਗੱਲ, ਆਪਣੀ ਸਟੇਟ ਦੇ ਹਿੱਤ ਹਕੂਕ ਦੀ ਰੱਖੀ ਵਾਸਤੇ ਹਾਂ ਦਾ ਨਾਰਾ ਜ਼ਰੂਰ ਅਸੀਂ ਪਾਰਲੀਮੈਂਟ ਪਹੁੰਚਣ 'ਚ ਸਫਲ ਹੋਵਾਂਗੇ। ਸੋ ਆਪਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕੀਤੀ ਜਾਵੇ ਤਾਂ ਕੀ ਹਰਿਆਣੇ ਦਾ ਹੱਕ ਬਣਦਾ ਵੀ ਸਾਨੂੰ ਦਿੱਲੀ ਜਾਣ ਤੋਂ ਰੋਕੇ ਉਹ ਰਸਤੇ 'ਚ? ਬੜਾ ਮਾੜਾ ਹੈਗਾ ਹਰਿਆਣੇ ਦੇ ਕਿਸਾਨ ਦਾ। ਗੱਲ ਤੁਸੀਂ ਦੇਖਿਆ, ਜੀਨ ਦੀ ਇੱਕ ਫੋਟੋ ਸੀ ਕਿਸਾਨਾਂ ਦਾ, ਮੇਰੇ ਖਿਆਲ ਲੱਖਾਂ ਦੀ ਗਿਣਤੀ ਦੇ ਵਿੱਚ ਕੱਟ ਸੀਗਾ ਉੱਥੇ। ਜੀ। ਐਂਡ ਮੇਰੀ ਤਾਂ ਉਹ ਜਿਹੜੇ ਡਿਪਟੀ ਸੀਐਮ ਬਣੇ ਚੌਟਾਲਾ ਫੈਮਿਲੀ ਦੇ, ਮੈਂ ਤਾਂ ਉਹਨਾਂ ਨੂੰ ਵੀ ਕਹੂੰਗਾ ਵੀ ਤੁਸੀਂ ਰਿਜ਼ਾਈਨ ਕਰੋ ਇਸ ਇਸ਼ੂ ਦੇ ਉੱਤੇ, ਤਾਂ ਕਿ ਇੱਕ ਪ੍ਰੈਸ਼ਰ ਬਿਲਟ ਹੋ ਜਾਵੇ। ਛੱਡ ਦਿਓ ਬੀਜੇਪੀ ਉੱਥੋਂ। ਹੁਣ ਬੀਜੇਪੀ ਦੀ ਗਵਰਨਮੈਂਟ, ਦਿੱਲੀ ਵਾਲੇ ਆਪਣੇ ਆਕਾਮਾਂ ਦੇ ਚਮੜੇ ਨੂੰ ਸੇਕ ਨਾ ਲੱਗੇ, ਇਸ ਕਰਕੇ ਹਰਿਆਣਾ 'ਚ ਕੁੱਟ-ਕੁੱਟ ਕੇ ਵਾਪਸ ਭੇਜ ਦੇਣ, ਇਹ ਬੜਾ ਅਨਿਆਂ ਹੈਗਾ। ਸੋ 25 ਤਰੀਕ ਨੂੰ ਕਿਸਾਨ ਜਥੇਬੰਦੀ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਆ, ਤੇ ਅਕਾਲੀ ਦਲ ਦਾ ਵੀ ਹੁਣੇ ਬਿਆਨ ਆਇਆ ਵੀ 3 ਘੰਟੇ ਚੱਕਾ ਜਾਮ ਕੀਤਾ ਜਾਵੇ ਅਕਾਲੀ ਦਲ ਵੱਲੋਂ। ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਯਾਰ, ਅਕਾਲੀ ਦਲ ਸਮਝ ਨਹੀਂ ਲੱਗਦੀ ਵੀ ਇਹ ਲੋਕ ਜਿਹੜੇ ਖੁਦ ਇਹ ਸਾਰੀ ਅਰਥੀ ਤੇ ਕਫਨ ਖਰੀਦਣ ਤੇ ਤਿਆਰ ਕਰਨ ਵਾਲੇ ਲੋਕ ਆ, ਅੱਜ ਕਿੱਧਰ ਨੂੰ ਤੁਰੇ ਜਾਂਦੇ ਆ। ਲੋਕਾਂ ਨੂੰ ਸਭ ਪਤਾ 3 ਘੰਟੇ ਕੀ ਕਰਨਾ ਕੀ ਨਹੀਂ ਕਰਨਾ ਇਹਨਾਂ ਨੇ। ਅੱਜ ਤੱਕ ਐਨਡੀਏ ਕਿਉਂ ਨਹੀਂ ਛੱਡਿਆ, ਬੀਜੇਪੀ ਦਾ ਸਾਥ ਕਿਉਂ ਨਹੀਂ ਛੱਡਿਆ? ਇਹ ਤਾਂ ਉਹ ਗੱਲ ਹੋ ਗਈ ਨਾ, ਜਿਵੇਂ ਵਿਦੇਸ਼ ਜਾਣ ਵਾਲੇ ਮੁੰਡੇ ਕੁੜੀਆਂ ਜਾਲੀ ਤਲਾਕ ਲੈ ਲੈਂਦੇ ਆ। ਇਹ ਜਿਹੜਾ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਦੇ ਗਈ, ਇੱਕ ਜਾਲੀ ਜਿਹਾ ਕੰਮ। ਇਹ ਕਹਿ ਲਈਏ ਵੀ ਕੁੜੀ ਦਾ ਤਲਾਕ ਹੋ ਗਿਆ ਪਤੀ ਨਾਲੋਂ, ਪਰ ਕੁੜੀ ਦੇ ਮਾਂ-ਬਾਪ ਕਹਿਣ ਰਹੂਗੀ ਕੁੜੀ ਪਤੀ ਦੇ ਨਾਲ ਹੀ। ਸੋ ਇਸ ਕਰਕੇ ਕਿਸਾਨ ਜਥੇਬੰਦੀਆਂ ਜਿਹੜਾ ਬੰਦ, ਰੇਲ ਰੋਕੋ ਜਾਂ ਸੜਕੀ ਆਵਾਜਾਈ ਰੋਕੋ, ਅਸੀਂ ਪੂਰਨ ਤੌਰ ਤੇ ਹਰ ਜ਼ਿਲ੍ਹੇ ਦੇ ਅੰਦਰ ਸਪੋਰਟ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸੋ ਇਹ ਸਨ ਸਿਮਰਜੀਤ ਬੈਂਸ, ਜਿਨ੍ਹਾਂ ਨੇ ਦੱਸਿਆ ਵਾ ਵੀ ਜਿਹੜਾ ਕਿਸਾਨ ਆਰਡੀਨੈਂਸ ਆ ਉਹਨੂੰ ਲੈ ਕੇ ਜਿਹੜਾ ਕੱਲ੍ਹ ਦਾ ਇਹਨਾਂ ਦਾ ਰੋਸ ਮਾਰਚ ਹੈਗਾ, ਜਿਹੜਾ ਮੋਟਰਸਾਈਕਲ ਰੈਲੀ ਇਹਨਾਂ ਨੇ ਕੱਢਣੀ ਆ ਦਿੱਲੀ ਤੱਕ। ਸੋ ਕੋਈ ਨਾ ਕੋਈ ਇਹ ਅਜਿਹੀ ਰਣਨੀਤੀ ਬਣਾਉਣਗੇ ਜਿਹੜੀ ਉੱਥੇ ਤੱਕ ਪਹੁੰਚਿਆ ਜਾ ਸਕੇ। ਸੋ ਇੱਕ ਵੱਡੀ ਅਪੀਲ ਇਹਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਕੀਤਾ ਕਿ ਉਹ ਬਤੌਰ ਮੁੱਖ ਮੰਤਰੀ ਸਾਰੀਆਂ ਪਾਰਟੀਆਂ ਦੀ ਜਿਹੜੇ ਕਿਸਾਨ ਮਨੋ ਆਰਡੀਨੈਂਸ ਦੇ ਖਿਲਾਫ ਨੇ ਉਹਨਾਂ ਦੀ ਅਗਵਾਈ ਕਰਨ, ਮੂਹਰੇ ਇਲਾਕੇ ਦੀ ਜਿਹੜੀ ਕਿਸਾਨਾਂ ਦੀ ਲੜਾਈ ਹੈ ਉਹ ਦਿੱਲੀ ਤੱਕ ਪਹੁੰਚਾਉਣ। ਸੋ ਇਹਨਾਂ ਦੀ ਵੱਡੀ ਅਪੀਲ ਹੈ ਜਿਹੜੀ ਉਹ ਮੁੱਖ ਮੰਤਰੀ ਪੰਜਾਬ ਨੂੰ ਹੈ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਦੇ ਨਾਲ ਦੇਖਦੇ ਰਹੋ ਪ੍ਰਾਈਮੋ ਦੇ। ਸਤਿ ਸ਼੍ਰੀ ਅਕਾਲ।